ਮਤਲਬ ਇਹ ਜਿਹੜੀ ਉਹ ਸਾਹਮਣੇ ਇੱਕ ਡੱਬੇ ਰੰਗ ਦਾ ਜਿਹੜਾ ਨਾ ਚਿੱਟਾ ਤੇ ਬਰਾਊਨ ਵੱਛਾ ਜਿਹੜਾ ਨਜ਼ਰ ਆ ਰਿਹਾ ਹੈ। ਹਾਂਜੀ, ਇਹ ਕੀ ਇਹਦੇ ਬਾਰੇ ਥੋੜੇ ਜਿਹੀ ਰਵਾਈ ਫਰਮਾਉਣਾ ਜੀ ਕੀ ਚੀਜ਼ ਹੈ? ਇਸ ਤਰ੍ਹਾਂ ਜੀ ਕਿ ਜਿਹੜੇ ਚੋਲਸਤਾਨੀ ਬੱਚੇ ਨੇ ਨਾ ਜੀ ਜੀ ਇਹ ਖਾਲੀ ਵਜ਼ਨ ਤੇ ਨਹੀਂ ਵਿਕਦੇ, ਖੂਬਸੂਰਤੀਆਂ ਤੇ ਵੀ ਸੇਲ ਹੁੰਦੇ ਨੇ। ਠੀਕ ਹੈ। ਅਬਲਕ ਪਟੇਲਾ ਹੂੰ ਇਹਦੇ ਚ ਪਾਂਡਾ ਮੁxtਲਿਫ ਨੁਕਰਾ ਹੂੰ ਉਹ ਸਿਰਫ ਔਰ ਸਿਰਫ ਆਪਣੀ ਖੂਬਸੂਰਤੀ ਹੈ। ਇਹ ਬੱਚਾ ਅਸੀਂ ਇਹਦੇ ਹੁਸਨ ਤੇ ਲਿਆ ਹੈ। ਸਹੀ ਹੈ। ਇਹਦੀ ਮਾਂ ਜਿਹੜੀ ਹੈ ਉਹ ਐਡੀ ਗ੍ਰੇਸਫੁਲ ਨਹੀਂ, ਹੂੰ ਪਰ ਬੱਚਾ ਬਹੁਤ ਪਿਆਰਾ ਸੀ। ਇਸ ਲਈ ਹੈ ਕਿ ਇਹ ਜਦੋਂ ਤਿਆਰ ਹੋਣਾ ਹੈ, ਇਹਨੇ ਆਮ ਦੇਸੀ ਬੱਚੇ ਦੇ ਨਾਲੋਂ ਜ਼ਿਆਦਾ ਵੈਲਿਊ ਪਾਣੀ ਹੈ। ਪਰ ਇਸ ਵੇਲੇ ਇਹ ਕਿਤਨੀ ਕੁ ਉਮਰ ਦਾ ਹੋਏਗਾ ਇਹ ਵਾਲਾ ਬੱਚਾ? ਇਹ ਬੱਚਾ ਹੈ ਜੀ ਕੋਈ 1.5 ਮਹੀਨੇ ਦਾ। ਮਾਸ਼ਾਅੱਲਾ। ਹਾਂ, ਅੱਛਾ, ਆਪਣਾ ਜਿਹੜਾ ਪ੍ਰੋਜੈਕਟ ਹੈ ਨਾ ਜੀ, ਅਸਲ ਵਿੱਚ ਅਸੀਂ ਇਹਦੀ ਡੇਟ ਅਨਾਉਂਸ ਕੀਤੀ 15 ਮਾਰਚ ਤੋਂ 15 ਸਤੰਬਰ 2020। ਠੀਕ ਹੈ 18 ਮਹੀਨੇ, ਜੀ। 1 ਮਹੀਨਾ ਆਪਣਾ ਗੁਜ਼ਰ ਚੁੱਕਿਆ ਹੈ। ਜੀ ਪਰ ਜਾਨਵਰ ਉਸ ਤੋਂ ਪਹਿਲੇ ਆਣੇ ਸ਼ੁਰੂ ਹੋ ਗਏ ਸਨ। ਹੂੰ ਦੋਸਤਾਂ ਨੇ ਪੈਸੇ ਮੈਨੂੰ ਫੈਬਰਵਰੀ 'ਚ ਵੀ ਦਿੱਤੇ ਨੇ, ਹੂੰ ਤੁਸੀਂ ਫਰਵਰੀ 'ਚ ਦਿੱਤੇ ਨੇ, ਤੁਹਾਡੇ ਤੋਂ ਪਹਿਲੇ ਵੀ ਮੈਨੂੰ ਪੇਮੈਂਟ ਆ ਗਈ। ਉਹ ਜਾਨਵਰ ਉਹ ਮਾਰਚ ਤੱਕ ਸਾਰੇ ਜਾਨਵਰ ਮੇਰੇ ਕੋਲ ਮਹਿਮਾਨ ਸਨ ਪ੍ਰੋਜੈਕਟ ਦੇ। ਉਹ ਜੋ ਖਿਦਮਤ ਸੇਵਾ ਕੀਤੀ ਜੀ, ਉਹ ਰਾਣੇ ਅਮੀਰ ਮੁਹੰਮਦ ਨੇ ਆਏ ਹੋਏ ਮਹਿਮਾਨਾਂ ਦੀ ਕਦਰ ਕੀਤੀ। ਮਾਸ਼ਾਅੱਲਾ। ਉਸ ਤੋਂ ਬਾਅਦ ਜਦੋਂ ਅਸੀਂ ਇੱਧਰ ਸ਼ਿਫਟ ਕੀਤੇ ਨੇ, ਉਸ ਤੋਂ ਬਾਅਦ ਇਹਨਾਂ ਦੇ ਅਸੀਂ ਮਾਮਲਾ ਜਿਹੜਾ ਨਾ ਉਹ ਤਹਿਰੀਰ ਵਿੱਚ ਲਿਆਣੇ ਸਮਝਣਾ ਸ਼ੁਰੂ ਕਰ। ਇਸ ਪ੍ਰੋਜੈਕਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੁxtਲਿਫ ਨਸਲ ਦੀਆਂ ਗਾਵਾਂ ਨੇ। ਇਹ ਸਾਹਮਣੇ ਦੇਸੀ ਖੜੀ ਹੈ, ਇਹ ਸਾਹੀਵਾਲ ਜੇ। ਅੱਛਾ, ਹਰ ਲਾਲ ਗਾਂ ਜਿਹੜੀ ਹੈ ਜੀ ਉਹ ਸਾਹੀਵਾਲ ਨਹੀਂ ਹੁੰਦੀ ਜੀ ਕਿ ਵੀ ਤੁਸੀਂ ਲਾਲ ਵੇਖਦੇ। ਹੁਣ ਇਹ ਜਿਹੜੀ ਹੈ ਇਹ ਦੇਸੀ ਦਾ ਤੇ ਜਰਸੀ ਦਾ ਕ੍ਰਾਸ ਹੈਗਾ। ਉਹਦੀ ਸਿੰਘ ਦੱਸਦੇ ਪਏ ਨੇ ਉਹਦਾ ਔਰ ਸਿੰਘ ਉਹਦੀ ਬੂਥੀ ਦੱਸਦੀ ਹੈ ਜੀ ਇਸ ਤਰ੍ਹਾਂ ਹੀ ਹੈ। ਉਹਦੇ ਚ ਗੁੰਮਟ ਹੈਗਾ। ਹਾਂਜੀ। ਇਹ ਦੁੱਧ ਅੱਛਾ ਕਰੇਗੀ। ਇਹਦੇ ਚ ਜਿਹੜਾ ਬੱਚਾ ਆਏਗਾ ਉਹ ਦੁੱਧ ਪੀ ਕੇ ਗਰੋਥ ਅੱਛੀ ਕਰੇਗਾ। ਇਹ ਇਸ ਨਜ਼ਰੀਏ ਨਾਲ ਅਸੀਂ ਲੈ ਲਈ। ਕੀਮਤਨ ਵੀ 65,000 ਰੁਪਏ ਦੀ ਆਈ ਹੈ। ਇਹ ਜਿਹੜੀ ਰਾਣਾ ਸਾਹਿਬ ਪਿੱਛੋਂ ਇਹ ਆ ਰਹੀ ਹੈ, ਇਹ ਪਰੀ ਦੂਜੀ, ਹਾਂਜੀ, ਇਹਦੇ ਬਾਰੇ ਇਹ ਪਿਓਰ ਸਾਹੀਵਾਲ ਹੈ। ਇਹ ਪਿਓਰ ਸਾਹੀਵਾਲ ਹੈ ਨਾ ਜੀ? ਪਿਓਰ ਸਾਹੀਵਾਲ ਹੈ। ਇਹ ਸਰਗੋਦੇ ਤੋਂ ਆਈ ਆਪਾਂ ਨੂੰ। ਇਹ ਪਿਓਰ ਸਾਹੀਵਾਲ ਦੀ ਕੀ ਪਛਾਣ ਹੈ ਜੀ? ਇਹ ਦੋਵੇਂ ਸਾਡੇ ਸਾਹਮਣੇ ਇਹ ਸਮਝੋ ਇਹ ਦੇਸੀ ਔਰ ਜਰਸੀ ਦਾ ਕ੍ਰਾਸ ਖੜਿਆ ਜੇ। ਪਿਓਰ ਸਾਹੀਵਾਲ ਇੱਕ ਤੇ ਤੁਸੀਂ ਉਹਦੇ ਥੱਲੇ ਦੇਖੋ ਕਿ ਧੁੰਨ ਕਿੰਨਾ ਜ਼ਿਆਦਾ ਹੈ। ਹਾਂ ਜੀ। ਇੱਕ ਉਹਦੀ ਅੱਗੋਂ ਝਾਲਰ, ਦੂਸਰੀ ਇਹਦੇ ਮੱਥੇ ਦੇ ਦਰਮਿਆਨ ਜੋ ਹੱਡੀ ਥੋੜੀ ਜਿਹੀ ਉੱਠੀ ਹੁੰਦੀ ਹੈ, ਉਹ ਸਿੰਘਾਂ ਦੇ ਦਰਮਿਆਨ ਉਭਾਰ ਹੈ। ਸਹੀ ਹੈ, ਜਿਹੜਾ ਇਸ ਦੂਸਰੇ ਦਾ ਨਹੀਂ ਹੈਗਾ। ਹਾਂ, ਦੂਸਰਿਆਂ 'ਚ ਯਾਨੀ ਕਿ ਇਹਦੇ ਥੱਲੇ ਤੁਸੀਂ ਦੇਖ ਲਓ ਧੁੰਨ ਨਹੀਂ ਹੈਗਾ ਜੀ, ਬਿਲਕੁਲ। ਇਹਦੇ ਉੱਤੇ ਗੁੰਮਟ ਉਸ ਹਿਸਾਬ ਦਾ ਨਹੀਂ ਹੈਗਾ ਜੀ, ਬਿਲਕੁਲ ਨਹੀਂ ਤੇ ਹੈਗਾ। ਇਹਨਾਂ ਚੀਜ਼ਾਂ ਦੇ ਕੁਝ ਸਪੈਸੀਫਿਕ ਚੀਜ਼ਾਂ ਨੇ ਜਿਹੜੀਆਂ ਹਲੇ ਮੇਰੇ ਨੌਲੇਜ 'ਚ ਵੀ ਨਹੀਂ। ਉਹ ਇਸ ਪ੍ਰੋਜੈਕਟ ਦੇ ਥਰੂ ਅਸੀਂ ਦੋਸਤਾਂ ਨੂੰ ਮਿਲਦੇ ਜਾਵਾਂਗੇ, ਮੈਨੂੰ ਵੀ ਅਵੇਅਰਨੈਸ ਆਉਂਦੀ ਰਹੇਗੀ, ਦੋਸਤ ਵੀ ਸਿੱਖਦੇ ਰਹਿਣਗੇ। ਹੁਣ ਇੱਕ ਪੰਜਾਬ ਦਾ ਮਸ਼ਹੂਰ ਸਾਹੀਵਾਲ ਦਾ ਫਾਰਮ ਹੈ, ਉਹ ਪਹਿਲਾਂ ਬਛੜੀ 4-4 ਲੱਖ ਰੁਪਏ ਦੀ ਦਿੰਦੇ ਨੇ ਜੀ। ਸਾਹੀਵਾਲ ਪਿਓਰ ਸਾਹੀਵਾਲ 4-4 ਲੱਖ ਰੁਪਏ ਦੀ। ਸਾਡੇ ਇਸ ਪ੍ਰੋਜੈਕਟ ਨੂੰ ਅੱਲਾਹ ਪਾਕ ਨੇ ਸੂਈਆਂ ਹੋਈਆਂ ਗਾਵਾਂ ਤੇ ਪ੍ਰੈਗਨੈਂਟ ਗਾਵਾਂ 5 ਗਾਵਾਂ ਦੇ ਨਾਲ ਬੱਚੇ ਨੇ ਤੇ 11 ਆਈਆਂ ਨੇ, 6 ਜਿਹੜੀਆਂ ਨੇ ਉਹ ਪ੍ਰੈਗਨੈਂਟ ਜੇ। ਅੱਛਾ, ਜਿਹੜੀਆਂ 5 ਬੱਚਿਆਂ ਵਾਲੀਆਂ ਆਈਆਂ ਨੇ ਉਹਨਾਂ 'ਚੋਂ ਇੱਕ ਪ੍ਰੈਗਨੈਂਟ ਹੋ ਗਈ। ਉਸ ਬੰਦੇ ਨੇ ਕਿਹਾ ਜੀ ਮੇਰੀ ਗਾਂ 1.5 ਮਹੀਨੇ 1.5 ਮਹੀਨੇ ਦੇ ਵਿੱਚ ਤੁਸੀਂ ਮਨ ਰੱਖੋ, ਰਿਪੀਟ ਸਾਰੀ, ਉਹਨੇ ਕਿਹਾ ਜੀ ਰਿਪੀਟ ਨਹੀਂ ਹੁੰਦਾ ਜਾਨਵਰ, ਤੇ ਉਹਨਾਂ 'ਚ ਆਪਣੀ ਇੱਕ ਪ੍ਰੈਗਨੈਂਟ ਹੋ ਗਈ। ਇਹ ਆਪਾਂ ਨੂੰ 11 ਜਾਨਵਰ ਜਿਹੜੇ ਨਾ ਔਸਤਨ ਗਾਲਿਬਨ ਬਗੈਰ ਕਿਰਾਏ ਤੋਂ ਮਾਸ਼ਾਅੱਲਾ 1,66,000 ਰੁਪਏ ਫੀ ਜਾਨਵਰ ਪਿਆ ਇਹ 11 ਜਾਨਵਰਾਂ 'ਚ। ਇਹ ਰਾਣਾ ਸਾਹਿਬ ਇੱਥੇ ਮੈਨੂੰ ਇੱਕ ਥੋੜਾ ਹਾਂ ਇਜਾਜ਼ਤ ਕਹਿ ਦਿਓ। ਇਹ ਤੁਹਾਨੂੰ ਸਿਰਫ ਦੋਸਤਾਂ ਦੇ ਮਾਹੌਲ 'ਚ ਅਸਲ ਵਿੱਚ ਮੈਂ ਤੇ ਸਿਰਫ ਇੱਥੇ ਇਹ ਕਹਿਣਾ ਚਾਹਨਾ ਵਾਂ ਇਜਾਜ਼ਤ ਦੇ ਨਾਲ ਤੁਹਾਡੀ, ਉਹ ਇਹ ਵੇ ਕਿ ਇਹ ਦਰਅਸਲ ਅੱਲਾਹ ਤਾਲਾ ਵੱਲੋਂ ਇਸ ਇਜਤਮਾਈਅਤ ਦੀ ਬਰਕਤ ਹੈ। ਬੇਸ਼ੱਕ ਇਹੀ ਸੌਦਾ ਜਿਹੜਾ ਅਸੀਂ ਕੱਲਾ ਲੈਣ ਜਾਈਏ ਮਾਰਕੀਟ ਦੇ ਵਿੱਚ ਤੇ ਸਾਨੂੰ ਇੱਕ ਜਾਨਵਰ ਵੀ ਜਿਹੜਾ 2-2.25 ਉੱਤੇ ਜਾ ਕੇ ਪੈਂਦਾ, ਥੱਲੇ ਨਹੀਂ ਪਏਗਾ ਬਿਲਕੁਲ। ਲੇਕਿਨ ਇਹ ਕਿਉਂਕਿ ਇਤਨੇ ਢੇਰ ਸਾਰੇ ਦੋਸਤਾਂ ਦੀ ਕਿਸਮਤ ਔਰ ਤਕਦੀਰ ਨਾਲ ਰਲ ਗਈ ਹੈ ਤੇ ਉਹਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਬੜੀ ਬਰਕਤ ਕਰਤੀ ਹੈ। ਮੈਂ ਗਵਾਹ ਜੀ ਰਾਣਾ ਸਾਹਿਬ ਨੂੰ, ਮੈਂ ਤਸਵੀਰਾਂ ਭੇਜੀਆਂ ਸੀ। ਸਾਹੀਵਾਲ 74 ਸ਼ਾਇਦ ਪਿੰਡ ਰਾਣਿਆਂ ਦਾ ਹੀ ਉਹ ਭਾਣਾ ਸੀ। ਰਾਣਾ ਸਾਹਿਬ 3-3 ਲੱਖ ਰੁਪਏ ਮੇਰੇ ਕੋਲ ਉਹਨਾਂ ਨੇ ਸੱਜਰੀਆਂ ਗਾਵਾਂ ਦਾ ਮੰਗਿਆ ਸੀ। ਉਹਨਾਂ ਦੇ ਕੋਲ 23 ਲੀਟਰ ਦੇ ਉਹ ਸਨ, ਉਹ ਵੀ ਸਨ, ਸਰਟੀਫਿਕੇਟ ਵੀ ਸਨ ICRC ਵੱਲੋਂ। ਲੇਕਿਨ ਇਹ ਹੈ ਕਿ 3-3 ਲੱਖ ਉਹਨਾਂ ਨੇ ਮੇਰੇ ਕੋਲੋਂ ਮੰਗਿਆ ਕਿ ਜੀ ਫੀ ਗਾਂ ਅਸੀਂ ਤੁਹਾਡੇ ਕੋਲੋਂ ਲਾਂਗੇ ਤੇ ਫਿਰ ਤੁਸੀਂ ਜਿਹੜਾ ਨਾ ਸਾਨੂੰ ਉਸ ਤੋਂ ਅੱਛੀਆਂ ਗਾਵਾਂ ਅੱਲਾ ਨੇ 1,66,000 ਦਿੱਤੀਆਂ। ਅਲਹਮਦੁਲਿਲਾ। ਤੇ ਫਿਰ ਇਹ ਨਹੀਂ ਹੈਗਾ ਕਿ ਅਸੀਂ ਕਹੀਏ ਜੀ ਇਹ ਸਾਨੂੰ ਆ ਗਈਆਂ 18 ਦੀਆਂ ਤੇ ਅਸੀਂ ਅੱਗੇ 22 ਦੀਆਂ ਪ੍ਰੋਜੈਕਟ ਨੂੰ ਦਿੱਤੀਆਂ। ਨਹੀਂ, ਮੈਂ ਸਮਝਦਾ ਫਿਰ ਅਸੀਂ ਪ੍ਰੋਜੈਕਟ ਨੂੰ ਬੇਈਮਾਨੀ ਦੀ ਬੇਸ ਰੱਖ ਲਈ, ਤੇ ਉਹ ਬੇਈਮਾਨੀ ਦੀ ਬੇਸ ਰੱਖ ਲਈ ਫਲਾਪ ਜੇ। ਹਾਂਜੀ, ਫਿਰ ਤੁਸੀਂ ਕਹੋ ਨਾ ਕਹੋ, ਮੈਂ ਹੀ ਕਹਿ ਦੇਣਾ, ਫਿਰ ਉਹ ਖਤਮ ਹੈ, ਫਿਰ ਉਹ ਸਰਵਾਈਵ ਨਹੀਂ ਕਰਦਾ। ਨਾਲੇ ਇੱਕ ਹੋਰ ਗੁਜ਼ਾਰਿਸ਼ ਜਿਹੜੇ ਨੇ ਰਾਣਾ ਸਾਹਿਬ ਇਹਦੇ ਇਸ ਤਰ੍ਹਾਂ ਹੀ ਸਾਰੇ ਦੋਸਤ ਆਪਸ ਵਿੱਚ ਜਿਹੜਾ ਨਾਲ ਇਸ ਵੇਲੇ ਗੱਲ ਕਰ ਰਹੇ ਹਾਂ,
ਮੇਰਾ ਖਿਆਲ ਹੈਗਾ ਕਿ ਇਹ ਜਿਹੜਾ ਅਸੀਂ ਕੈਲਕੂਲੇਟਰ ਫੜ ਲੈਂਦੇ ਨਾ ਜੀ ਥੋੜੀ ਦੇਰ ਬਾਅਦ ਕਿ ਇਹ ਇਤਨਾ ਖਰਚਾ ਇਹਦੇ ਤੇ, ਇਤਨਾ ਖਰਚਾ ਉਹਦੇ ਤੇ, ਫਲਾਂ ਤੇ ਇੰਨਾ ਲੱਗ ਗਿਆ ਹੋਣਾ, ਫਲਾਂ ਤੇ ਉਹਨਾਂ ਲੱਗ ਗਿਆ ਹੋਣਾ, ਇੰਨੇ ਇਕੱਠੇ ਹੋ ਗਏ, ਇੰਨੇ ਖਰਚੇ ਹੋ ਗਏ। ਉਹ ਪੰਜਾਬੀ ਦਾ ਇੱਕ ਮੁਹਾਵਰਾ ਹੈ, ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਗੱਲ ਹੈਗੀ ਹੈ ਜਿਹਦੇ ਜ਼ਿੰਮੇ ਪੈ ਗਿਆ ਨਾ ਜੀ, ਉਹ ਵਿਚਾਰੇ ਜਿਹਦੇ ਦਿਨ ਰਾਤ ਦੋਵੇਂ ਜਣੇ ਨਾਲ ਆਰਾਮ ਹੋਈ ਹੈ, ਉਹ ਤੇ ਪੂਰੀ ਕੁਰਬਾਨੀ ਤੇ ਹੈਗਾ। ਅੱਛਾ ਮੇਰਾ ਅੱਲਾ ਜਾਣਦਾ ਜੀ, ਮੈਨੂੰ ਕੋਈ ਲਾਲਚ ਨਹੀਂ ਕਿ ਐਂਡ ਆਫ ਪ੍ਰੋਜੈਕਟ ਮੈਨੂੰ 50 ਲੱਖ ਆਣਾ। ਤੁਸੀਂ ਮੇਰੇ ਨਾਲ ਦਿਹਾੜੀ ਗੁਜ਼ਾਰੋਗੇ ਨਾ, ਤੁਹਾਨੂੰ ਮਹਿਸੂਸ ਹੋਏਗਾ ਮੇਰੀ ਅੱਲਾ ਨੇ ਤਬੀਅਤ ਐਵੇਂ ਦੀ ਬਣਾਈ ਹੈ। ਮੈਂ ਹਮੇਸ਼ਾ ਰੱਬ ਨਾਲ ਨਾ ਥੋੜੀ ਜਿਹੀ ਉਹ ਗੱਪਸ਼ਪ ਵੀ ਲਾ ਲੈਣਾ ਨਾ। ਮੈਂ ਕਹਿੰਦਾ ਅੱਲਾ ਸੁਣਿਆ ਮੈਨੂੰ ਕਰੋੜ ਦੇਵੇ ਨਾ, 98 ਲੱਖ ਮੈਂ ਖਰਚਦਾ, ਮੈਂ ਦੇਣਾ ਕਿਸੇ ਦਾ ਨਾ ਹੋਵੇ, 2 ਲੱਖ ਮੇਰੇ ਕੋਲ ਹੋਵੇ, ਮੈਂ ਖੁਸ਼ ਹਾਂ। ਅੱਲਾ ਪਾਕ ਲੋਕ ਕਹਿੰਦੇ ਮੈਨੂੰ ਕਰੋੜ ਦੇ, ਅੱਲਾ 2 ਲੱਖ ਦੇ ਦੇਗਾ, 98 ਮੈਂ ਰੱਖਾਂ। ਰਾਣਾ ਸਾਹਿਬ ਉਹ ਗੱਲ ਇਹ ਹੈ ਕਿ ਉਹ ਸਾਡੇ ਵਾਲਿਦ ਸਾਹਿਬ ਬਜ਼ੁਰਗਵਾਰ ਫਰਮਾਉਂਦੇ ਹੁੰਦੇ ਸਨ, ਅੱਲਾ ਜੰਨਤ ਨਹੀਂ ਫਰਮਾਏ, ਕਹਿੰਦੇ ਸਨ ਕਿ ਜਦੋਂ ਅੱਲਾ ਕੋਲ ਜਾਂਦੇ ਹੋ ਨਾ ਤੇ ਵਪਾਰੀ ਬਣ ਕੇ ਨਾ ਜਾਇਆ ਕਰੋ, ਭਿਖਾਰੀ ਬਣ ਕੇ ਜਾਇਆ ਕਰੋ। ਰੱਬ ਦੇ ਦਰਬਾਰ ਤੇ ਅਸੀਂ ਗਏ ਆ ਤੇ ਉਹ ਮੰਗਣ ਗਏ ਆ ਤੇ ਸਾਡੀ ਔਕਾਤ ਬਹੁਤ ਛੋਟੀ ਹੋਏਗੀ, ਸਾਡਾ ਦਰ ਬੜਾ ਛੋਟਾ ਗਏ, ਲੇਕਿਨ ਵੀ ਇਹ ਜਿਹੜਾ ਨਾ ਉਹ ਵਾਲਾ ਹਿਸਾਬ ਹੈਗਾ ਕਿ ਕਿਸੇ ਬੰਦੇ ਨੇ ਕਿਹਾ ਵੀ ਤੇਰੇ ਨੂੰ ਬੜੀ ਖੁਆਇਸ਼ ਪੂਰੀ ਕਰ ਲੈ, ਕਿ ਦੁਆ ਮੰਗ ਲੈ। ਉਹਨੇ ਦੁਆ ਮੰਗੀ, ਉਹਨੇ ਕਿਹਾ ਜੀ ਗੱਲ ਹੈਗੀ ਹੈ ਕਿ ਮੈਨੂੰ ਬੜੀ ਵੱਡੀ ਇੱਥੇ ਕੋਠੀ ਬਣਾ ਦੇ। ਕੋਠੀ ਬਣ ਗਈ ਜੀ। ਉਹਨੇ ਕਿਹਾ ਹੋਰ ਦੁਆ ਮੰਗੋ, ਉਹਨੇ ਕਿਹਾ ਹੁਣ ਇਸ ਤਰ੍ਹਾਂ ਦੇ ਬੜੇ ਅਮੀਰ ਕਬੀਰ ਲੋਕ ਇਹਦੇ 'ਚ ਪਾ ਦੇਵੇ, ਤੇ ਰੱਬ ਨੇ ਉਹ ਕੰਮ ਵੀ ਕਰਤਾ, ਕਹਿੰਦਾ ਹੁਣ ਮੈਂ ਇਹਨਾਂ ਦਾ ਚੌਕੀਦਾਰ ਲਵਾ ਦੇ। ਗੱਲ ਹੈਗੀ ਹੈ ਕਿ ਅਸੀਂ ਜਿਹੜਾ ਰੱਬ ਕੋਲੋਂ ਮੰਗਣਾ ਹੈ ਤੇ ਖੁੱਲ੍ਹ ਕੇ ਮੰਗਣਾ ਹੈ। ਅਸੀਂ ਤਾਂ ਉਹਦੇ ਦਰਬਾਰ ਤੇ ਭਿਖਾਰੀ ਹੈਗੇ ਹਾਂ, ਔਰ ਉਹਦੀ ਰਹਿਮਤ ਤੋਂ ਇਲਾਵਾ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਬਰਕਤ ਦਾ ਫੈਸਲਾ ਫਰਮਾਉਂਦੀ ਹੈ। ਲਿਹਾਜ਼ਾ ਅਸਲ ਚੀਜ਼ ਹੈਗੀ ਹੈ ਕਿ ਇਜਤਮਾਈ ਤੌਰ ਤੇ ਜਿਹੜਾ ਨਾ ਇਹਨੂੰ ਇਤਮਾਦ ਕੀਤਾ ਜਾਏ ਇੱਕ ਦੂਜੇ ਤੇ, ਔਰ ਸਵਾਲ ਜਵਾਬ ਦੀ ਬਜਾਏ ਦੁਆਵਾਂ ਔਰ ਮੁਹੱਬਤ ਦੇ ਨਾਲ ਨਵਾਜ਼ਿਆ ਜਾਏ, ਕਿਉਂਕਿ ਕਰਨ ਵਾਲਾ ਕੰਮ ਜਿਹੜਾ ਨਾ ਉਹ ਜਿਹੜੇ ਦੋਸਤ ਗਰਾਊਂਡ ਤੇ ਖੜਿਆ ਨਾ ਉਹਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈਗੀ ਹੈ। ਬਿਲਕੁਲ ਤੇ ਉਹਨੂੰ ਥਕਾਨ ਦੀ ਬਜਾਏ ਉਹ ਮੁੱਦੇ ਨਾਲ ਮੋਢੇ ਤੇ ਮੋਢਾ ਲਾਣਾ, ਇਹ ਕੰਮ ਜਿਹੜਾ ਨਾ ਮੈਂ ਸਮਝਦਾ ਕਿ ਜ਼ਰੂਰੀ ਹੈ। ਟੈਨਸ਼ਨ ਹੋਵੇ ਮੈਂ ਕਹਾਂ ਯਾਰ ਮੈਂ ਕਿਹੜੇ ਉਹ ਫ੍ਰੀ ਵਿਲ ਦੇ ਨਾਲ ਕੰਮ ਹੋਣਾ ਚਾਹੀਦਾ। ਮੈਂ ਇੱਥੇ ਨਾ ਜੀ ਐਪਰੀਸ਼ੀਏਟ ਕਰਨਾ ਆਪਣੇ ਭਰਾ ਮੀਆਂ ਐਸਨ ਮਸੂਦ ਸਾਹਿਬ ਨੂੰ ਕਿ ਇਹਨਾਂ ਨੇ ਇਹ ਮੈਨੂੰ ਇੱਕ ਆਈਡੀਆ ਦਿੱਤਾ। ਵੈਸ ਅਬਦੁੱਲਾ ਦੀ ਤਬੀਅਤ ਖਰਾਬ ਸੀ ਤੇ ਮੈਂ ਲਾਹੌਰ ਗਿਆ, ਅਫਜ਼ਾਲ ਸ਼ਾਹ ਸਾਹਿਬ ਨਾਲ ਆਏ। ਸ਼ਾਹ ਜੀ ਆ ਜਾਓ ਜ਼ਰਾ ਸਾਡੇ ਸ਼ਾਹ ਜੀ ਜ਼ਰਾ ਕੋਲ ਆਉਣਾ ਜੀ। ਆਹੋ ਸ਼ਾਹ ਜੀ ਸੈਂਟਰ ਜਾ, ਨਹੀਂ ਤੇ ਬਹੁਤ ਹੀ ਥੱਲੇ ਚੱਲ ਜਾਏਗਾ। ਹਾਂ ਸ਼ਾਹ ਜੀ ਖੁਰਲੀਆਂ ਦੇ ਵਿੱਚ ਖੜੇ ਆ ਆਪਾਂ, ਤੇ ਜ਼ਾਰੇ ਸਾਡੀ ਕੈਮਰਾਮੈਨ ਵੀ ਇਹੋ ਜਿਹੀ ਹੈਗੀ ਹੈ ਕਿ ਤੁਸੀਂ ਥੱਲੇ ਨਹੀਂ ਜਾਣਾ ਹੈ, ਖੁਰਲੀ ਇਹ ਬਨੀ ਦੇ ਉੱਤੇ ਖੜੇ ਰਹਿਣਾ ਹੈ। ਬੜੀ ਹਾਂ ਉੱਤੇ ਖੜੇ, ਮੈਂ ਕਿਹਾ ਉਹ ਵਿੱਚ ਨਾ ਚਲੇ ਜਾਣਾ, ਫਿਰ ਉਹ ਸਾਡੀ ਕੈਮਰਾਮੈਨ ਹੀ ਖਰਾਬ ਹੋ ਜਾਣੀ। ਅੱਛਾ ਜੀ ਬੜੀ ਮੁਹੱਬਤ ਨਾਲ ਬਕਾਇਦਾ ਇਹਨਾਂ ਨੇ ਮੇਰੇ ਤੇ ਟਾਈਮ ਲਾਇਆ। ਜਿਵੇਂ ਇਹਨਾਂ ਨੇ ਮੇਰੇ ਕੋਲ ਕੁਝ ਲੈਣਾ ਹੋਵੇ ਨਾ, ਹਾਂ ਜੀ ਦੇਣ ਆਏ ਸਨ, ਲੈਣ ਨਹੀਂ ਸਨ ਆਏ। ਮੇਰੇ ਤੇ ਟਾਈਮ ਲਾਇਆ, ਮੈਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਇਹਨਾਂ ਕਿਹਾ ਕੋਈ ਐਸਾ ਅਦਾਰਾ ਬਣਾਓ ਜਿੱਥੋਂ ਜਿਹੜਾ ਨਾ ਦੁਨੀਆ ਨੂੰ ਅਵੇਅਰਨੈਸ ਮਿਲੇ। ਹੁਣ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਉੱਥੇ ਕਮਰੇ ਪਾਣੇ ਪੈਣੇ ਨੇ, ਉੱਥੇ ਬੜਾ ਸਿਸਟਮ ਬਣਾਉਣਾ ਪਏਗਾ। ਤੇ ਹੁਣ ਮੇਰੇ ਕੋਲ ਤਾਂ ਇੰਨੇ ਵਸਾਇਲ ਨਹੀਂ ਗਏ। ਅੱਗੋਂ ਮੈਨੂੰ ਕਹਿੰਦੇ ਨੇ ਕਿ ਪੈਸਿਆਂ ਦੀ ਕਮੀ ਨਹੀਂ, ਮੈਂ ਇੰਜੀਨੀਅਰ ਹਾਂ, ਅਸੀਂ ਐਸੇ ਕੰਟਰੋਲ ਸ਼ੈਡ ਬਣਾਉਂਦੇ ਆ ਜਿਹੜਾ 5-5 ਕਰੋੜ ਦਾ ਸਿਰਫ ਕੰਟਰੋਲ ਸ਼ੈਡ ਬਣਦਾ ਹੈ ਜੀ। ਤੇ ਤੁਸੀਂ ਉਹ ਫਿਕਰ ਨਾ ਕਰੋ, ਦੋਸਤ ਬੜੇ ਨੇ, ਲੋਕਾਂ ਕੋਲ ਪੈਸਾ ਹੈ, ਟਾਈਮ ਨਹੀਂ, ਸ਼ੌਕ ਰੱਖਦੇ ਨੇ। ਇਹਨਾਂ ਨੇ ਆਪਣਾ ਕਿਹਾ ਕਿ ਜਿਸ ਤਰ੍ਹਾਂ ਮੈਂ ਹੈਗਾ, ਅਸੀਂ ਸ਼ੌਕ ਰੱਖਦੇ ਆ ਕਿ ਕੋਈ ਐਸੀ ਚੀਜ਼ ਹੋਵੇ ਜਿੱਥੇ ਤੋਂ ਸਾਡਾ ਸ਼ੌਕ ਵੀ ਪੂਰਾ ਹੋਵੇ ਤੇ ਬਾਕੀ ਮਾਮਲਾਤ ਵੀ ਚੱਲਣ। ਮੈਂ ਆ ਕੇ ਸੋਚਿਆ ਅਸਲ ਵਿੱਚ ਕੋਈ ਵੀ ਕੰਮ ਅੱਲਾਹ ਤਾਲਾ ਨੇ ਬੰਦੇ ਕੋਲ ਲੈਣਾ ਹੁੰਦਾ ਨਾ ਜੀ, ਤੇ ਉਹਦੀ ਬੇਸ ਸੋਹਣਾ ਰੱਬ ਬਣਾ ਰਿਹਾ ਹੁੰਦਾ ਪਹਿਲੇ। ਦੇਖੋ ਮੇਰੇ ਇਸ ਫਾਰਮ ਤੇ ਇੱਕ ਬੱਚਾ ਪੈਦਾ ਹੋਇਆ, ਉਹਦਾ ਨਾਂ ਸੀ ਚੈਂਪੀਅਨ ਰੱਖਿਆ। ਦੋਸਤਾਂ ਨੂੰ ਦੱਸਿਆ, ਦੱਸਣ ਤੋਂ ਬਾਅਦ ਉਹ ਸੇਲ ਹੋ ਗਿਆ। ਸੇਲ ਹੋਇਆ ਤੇ ਅਸੀਂ ਉਹ ਵੀ ਦੱਸਿਆ ਕਿ 27 ਦਿਨ ਦਾ ਬੱਚਾ ਜੀ 2,10,000 ਦਾ ਸੇਲ ਹੋ ਗਿਆ, ਕਿ ਉਹਦੀ ਬੇਸ ਬਣ ਰਹੀ ਸੀ। ਮੈਂ ਆ ਕੇ ਜਦੋਂ ਸੋਚਿਆ, ਮੈਂ ਕਿਹਾ ਯਾਰ ਭਾਈ ਅਸਲ ਨੇ ਮੇਰੇ ਸਿਰ ਜ਼ਿੰਮੇਵਾਰੀ ਪਾਈ ਹੈ ਤੇ ਹੈਗਾ ਮੈਂ ਜ਼ਰਾ ਜਨੂਨੀ ਜਾ, ਜਿਹੜੀ ਦਿਮਾਗ ਗੱਲ ਚ ਆ ਜਾਏ ਨਾ, ਉਹ ਫਿਰ ਦਿਨ ਨਹੀਂ ਵੇਖਣਾ, ਰਾਤ ਨਹੀਂ ਵੇਖਣਾ। ਰਾਣਾ ਸਾਹਿਬ ਇਹ ਕੰਮ ਜਨੂਨ ਤੋਂ ਬਗੈਰ ਨਹੀਂ ਹੋ ਸਕਦਾ। ਇਸ਼ਕ ਔਰ ਜਨੂਨ ਦੇ ਬਗੈਰ ਜੇ ਡਿਊਟੀ ਹੋਏਗੀ ਨਾ ਜੀ ਤੇ ਬੰਦਾ ਨੌਕਰੀ ਕਰਦਾ ਹੈ। ਬਿਲਕੁਲ। ਤੇ ਜੇ ਇਸ਼ਕ ਹੈਗਾ ਨਾ ਤੇ ਫਿਰ ਉਹ ਇਹ ਦਿਨ ਰਾਤ ਨਹੀਂ ਵੇਖਦਾ, ਫਿਰ ਉਹ ਆਪਣੇ ਮਾਮਲਾਤ ਨੂੰ ਰੱਬ ਤੇ ਛੱਡ ਕੇ ਪੂਰੀ ਤਰ੍ਹਾਂ ਜੁੱਟ ਜਾਂਦਾ ਉਸ ਕੰਮ ਦੇ ਵਿੱਚ। ਬਿਲਕੁਲ ਇਸ ਤਰ੍ਹਾਂ। ਤੇ ਰੱਬ ਵੀ ਬਰਕਤ ਦੇ ਫੈਸਲੇ ਇਸੇ ਬੁਨਿਆਦ ਤੇ ਹੀ ਕਰਦਾ। ਬਿਲਕੁਲ ਇਸ ਤਰ੍ਹਾਂ। ਇਹ ਤੁਸੀਂ ਸਾਹਮਣੇ ਇੱਕ ਗਾਂ ਵੇਖ ਲਓ ਜੀ, ਇਹਦਾ ਇੱਕ ਥਣ ਕੋਈ ਨਹੀਂ, ਸਾਨੂੰ ਇਹਦਾ ਕੋਈ ਨੁਕਸਾਨ ਨਹੀਂ, ਅਸੀਂ ਇਹਨੂੰ ਸੇਲ ਪਰਚੇਸ ਕਰਨਾ ਹੀ ਨਹੀਂ। ਗਾਂ ਦਾ ਕੱਦ ਕਾਠ ਵੇਖੋ ਤੇ ਇਹਦੇ ਪਿੱਛੇ ਬੱਚਾ ਵੇਖੋ, ਹੀਰੇ ਵਰਗਾ ਬੱਚਾ ਜੀ, ਸਾੜੂ ਹੋਇਆ। 1,10,000 ਰੁਪਏ ਸਾਨੂੰ ਆ ਜੀ। ਮਾਸ਼ਾਅੱਲਾ ਸਾਨੂੰ 1,10,000 ਰੁਪਏ ਚਾਹੀਦੇ। ਹਾਂਜੀ ਜਦੋਂ ਇਹਦੇ ਸਿਮਨ ਰੱਖਿਆ ਗਿਆ ਜੀ, ਜਦੋਂ ਇਹਦੇ ਸਿਮਨ ਰੱਖਿਆ ਗਿਆ, ਅੱਲਾ ਨੇ ਬੜੀ ਪ੍ਰੋਡਕਸ਼ਨ ਕਰਤੀ, ਫਲ ਆ ਗਿਆ ਤੇ ਸਾਰੇ ਗਮ ਭੁੱਲ ਜਾਣੇ ਨੇ। ਬਿਲਕੁਲ ਇਸ ਤਰ੍ਹਾਂ ਹੀ। ਅੱਛਾ ਰਾਣਾ ਸਾਹਿਬ ਨੇ ਜ਼ਿਕਰ ਕੀਤਾ ਜੀ, ਮੈਂ ਇਹਨਾਂ ਨੂੰ ਕੋਈ ਮਸ਼ਵਰਾ ਦਿੱਤਾ ਜਾਂ ਰਿਕੁਐਸਟ ਕੀਤੀ, ਲੇਕਿਨ ਮੈਂ ਆਪਣੇ ਦਿਲੋਂ ਕਹਿ ਰਿਹਾ, ਮੈਂ ਅੱਗੇ ਵੀ ਦੋਸਤਾਂ ਨੂੰ ਦੱਸਿਆ ਸੀ ਕਿ ਮੈਂ ਹੈਰਾਨ ਰਹਿ ਗਿਆ ਜਿਹੜਾ ਮੇਰੇ ਕਹਿਣ ਦਾ ਰਿਜ਼ਲਟ ਨਿਕਲਿਆ। ਉਸ ਤੋਂ ਬਾਅਦ ਮੈਨੂੰ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਯਾਦ ਆਈ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੇਰੇ ਵੱਲੋਂ ਤੁਹਾਨੂੰ ਇੱਕ ਜੁਮਲਾ ਵੀ ਪਹੁੰਚੇ, ਇੱਕ ਆਇਤ ਵੀ ਪਹੁੰਚੇ ਤੇ ਉਹ ਅੱਗੇ ਪਹੁੰਚਾਓ।
ਔਰ ਉਹਦਾ ਹਕਮਤ ਇਹ ਫਰਮਾਈ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕਿ ਹੋ ਸਕਦਾ ਹੈ ਕਿ ਕਹਿਣ ਵਾਲਾ ਉਸ ਗੱਲ ਤੇ ਅਮਲ ਨਾ ਕਰ ਸਕਦਾ ਹੋਵੇ, ਸੁਣਨ ਵਾਲਾ ਉਸ ਦੇ ਉੱਤੇ ਇਸ ਤਰ੍ਹਾਂ ਅਮਲ ਕਰ ਜਾਏ ਕਿ ਕਹਿਣ ਵਾਲੇ ਨੂੰ ਵੀ ਸਵਾਬ ਮਿਲ ਜਾਏ। ਔਰ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਮੈਂ ਤੇ ਅਮਲ ਹੁੰਦਾ ਵੇਖਿਆ। ਮੈਂ ਰਾਣਾ ਸਾਹਿਬ ਨੂੰ ਗੱਲ ਕੀਤੀ, ਰਾਣਾ ਸਾਹਿਬ ਨੇ ਪ੍ਰੋਜੈਕਟ ਬਣਾ ਕੇ ਇਹ ਤੁਹਾਡੇ ਸਾਹਮਣੇ ਪਿਆ ਅਲਹਮਦੁਲਿਲਾ ਔਰ ਦਿਨੋਂ ਦਿਨੀ ਪਿਆ। ਅੱਛਾ ਤੁਸੀਂ ਫਿਰ ਇਹ ਵੀ ਦੇਖੋ, ਇਹ ਅੱਲਾ ਦੀ ਕਰਮ ਨਵਾਜ਼ੀ ਹੈ ਮੈਂ ਸਮਝਦਾ ਇਸ ਪ੍ਰੋਜੈਕਟ ਤੇ, ਕਿਉਂਕਿ ਇਹਦੇ ਚ 33.34% ਅਸੀਂ ਅੱਲਾ ਪਾਕ ਦਾ ਨਾਂ ਦਾ ਰੱਖਿਆ। ਮੈਨੂੰ ਇੱਕ ਦੋਸਤ ਆਇਆ, ਉਹਨਾਂ ਨੇ ਕਿਹਾ ਜੀ 2.5% ਵਾਲੇ ਨੂੰ ਘਾਟਾ ਨਹੀਂ ਦਿੰਦਾ, ਉਹਦੇ ਚ ਉਹਦਾ ਵਾਅਦਾ ਹੈ ਕਿ ਤੇਰਾ ਮਾਲ ਜ਼ਾਇਆ ਨਹੀਂ ਹੋਏਗਾ, ਤੇ 33.34% ਵਾਲੇ ਨੂੰ ਘਾਟਾ ਕਿਸ ਤਰ੍ਹਾਂ ਆ ਸਕਦਾ ਹੈ? ਬੇਸ਼ੱਕ ਹੈ। ਪਹਿਲੀ ਗੱਲ ਤੇ ਇਹ ਹੋ ਗਈ, ਸਾਡੀ ਨੀਅਤ ਸਾਰਿਆਂ ਦੀ ਨਾ ਉਹ ਸ਼ਾਇਦ ਦੁਨਿਆਵੀ ਨਫੇ ਦੀ ਨਹੀਂ। ਅਲਹਮਦੁਲਿਲਾ ਐਗਜ਼ੈਕਟਿਵ ਮੈਂਬਰਾਂ ਨੀਅਤ ਪਰ ਮੁਰਾਦ ਹੈ ਜੀ, ਬੇਸ਼ੱਕ ਹੈ ਔਰ ਨੀਅਤਾਂ ਤੇ ਮੁਰਾਦਾਂ ਮਿਲਦੀਆਂ ਨੇ। ਰਾਣਾ ਸਾਹਿਬ ਤੁਹਾਡੇ ਭਰਾ ਛੋਟੇ ਤੁਹਾਡੇ ਨਾਲ ਨੇ, ਇਨਸ਼ਾਅੱਲਾ ਅੱਲਾਹ ਪਾਕ ਬਰਕਤ ਦੇ ਜੀ। ਜਿਸ ਮੌਕੇ ਤੇ ਜ਼ਿੰਦਗੀ ਅੱਲਾਹ ਤਾਲਾ ਦੇਵੇ, ਆਮੀਨ ਇਹਨਾਂ ਇਮਾਨ ਸਿਹਤ ਤੰਦਰੁਸਤੀ ਜ਼ਿੰਦਗੀ ਦੇਵੇ, ਇਹ ਤੁਹਾਡੇ ਨਾਲ ਨੇ। ਅੱਲਾਹ ਪਾਕ ਕਰਮ ਫਰਮਾਵੇ। ਤੇ ਇਹ ਹਲੇ ਤੁਸੀਂ, ਮੈਂ ਸਮਝਦਾ ਕਿ ਮੇਰੇ ਜਾਨਵਰ ਅੱਧੇ ਨਹੀਂ ਰਹਿ ਗਏ, ਕਿਉਂਕਿ ਇਹ ਮੈਂ ਇਹਨਾਂ ਨੂੰ ਰੱਖਣਾ ਉੱਥੇ ਹੀ ਸੀ, ਭਾਵੇਂ ਮਹਿਮਾਨ ਹੀ ਰੱਖਦਾ, ਪਰ ਮੈਂ ਜ਼ੱਤ ਤੋਂ ਸਮਝ ਦੱਸਾਂ ਕਿ ਪ੍ਰੋਜੈਕਟ ਦੇ ਦੋਸਤਾਂ ਦੀ ਤੇ ਸ਼ਾਮਲ ਹੋਣ ਵਾਲਿਆਂ ਦੀ ਖਾਹਿਸ਼ ਹੈ ਕੁਛ ਇੰਪਲੀਮੈਂਟਸ ਨਜ਼ਰ ਆਣੇ ਚਾਹੀਦੇ ਨੇ, ਕੁਝ ਚੀਜ਼ਾਂ ਔਨ ਦਾ ਰਿਕਾਰਡ ਆਉਣੀਆਂ ਚਾਹੀਦੀਆਂ ਨੇ। ਮੈਂ ਉਹ ਲਿਆ ਕੇ ਜਨਾਬ ਬਣਨੀਆਂ ਸ਼ੁਰੂ ਕਰਤੀਆਂ, ਬਣ ਕੇ ਮੈਂ ਮਹੀਨੇ 'ਚ ਇਹਨਾਂ ਦੀ ਮੱਤ ਮਾਰੀ ਹੈ ਆਪਣੇ। ਮੈਂ ਇਹਨਾਂ ਦਾ ਖਿਆਲ ਰੱਖਿਆ, ਪਰ ਮੈਂ ਸਮਝਦਾ ਮੈਂ ਹਕੂਕ ਨਹੀਂ ਅਦਾ ਕੀਤੇ। ਕਿਉਂ? ਮਿਸਤਰੀ ਫਿਰ ਰਹੇ ਨੇ, ਮਜ਼ਦੂਰ ਫਿਰ ਰਹੇ ਨੇ, ਜਾਨਵਰ ਦੀ ਉਨੀ ਕੇਅਰ ਨਹੀਂ ਹੋ ਰਹੀ। ਜਦੋਂ ਇਹ ਜਾਨਵਰ ਖੁੱਲ ਗਏ ਮੈਂ ਕਾਫੀ ਰਿਲੈਕਸ ਹੋ ਗਿਆ। 2 ਮਹੀਨੇ ਤੋਂ ਬਾਅਦ ਇਨਸ਼ਾਅੱਲਾ ਜਦੋਂ ਤੁਸੀਂ ਵੇਖੋਗੇ, ਤੁਸੀਂ ਜਿਵੇਂ ਅੱਜ ਅਨਮੋਲ ਨੂੰ ਵੇਖਿਆ ਜੀ, ਬੜਾ ਫਰਕ ਹੈ। ਇਸ ਤਰ੍ਹਾਂ ਹੀ ਤੁਸੀਂ ਜਦੋਂ ਆਓਗੇ ਨਾ, ਕਿਉਂਕਿ ਰਾਣਾ ਸਾਹਿਬ ਉਹ ਗਾਈਆਂ ਕਿੱਥੇ ਗਈਆਂ? ਮੈਂ ਕਹਿੰਦਾ ਇਹ ਸਾਰੀਆਂ ਢਿੱਲਾਂ ਹੋਈ ਫਿਰਦੀਆਂ, ਕਿਉਂਕਿ ਉਹ ਵੇਚਤੀਆਂ ਨਵੀਆਂ ਲੈ ਲਈਆਂ। ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਮਾਂ ਤੋਂ ਪੀਂਦਾ ਫਿਰਦਾ। ਇਹ ਜਿਹੜੇ ਬੱਚੇ ਨੇ ਨਾ, ਇਹ ਹੁਣ ਇਹ ਡਿਸਟਰਬ ਕਰ ਰਹੇ ਨੇ ਮਾਵਾਂ ਨੂੰ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਕਿਉਂ ਹਲੇ ਵਰਕਿੰਗ ਪੂਰੀ ਨਹੀਂ ਹੋਈ। ਪਰਲੇ ਪ੍ਰੋਜੈਕਟ 'ਚ ਪਰਲੇ ਪੋਰਸ਼ਨ 'ਚ ਬੱਚੇ ਹੋਣਗੇ, ਇਸ ਪੋਰਸ਼ਨ 'ਚ ਮਾਵਾਂ 2 ਟਾਈਮ ਫੀਡਿੰਗ, ਸਹੀ ਹੈ, ਇੱਕ ਟਾਈਮ ਸਵੇਰ ਇੱਕ ਟਾਈਮ ਸ਼ਾਮ। ਸਹੀ ਹੈ। ਅੱਛਾ, ਇੱਥੇ ਆਪਣੇ ਮੁਲਾਜ਼ਮਾਂ ਵਾਸਤੇ ਮੈਂ ਇੱਕ ਅਲੱਗਾ ਸੈਪਰੇਟ ਗਾय ਰੱਖੀ ਸੀ। ਸਹੀ ਹੈ, ਉਹ ਗਾय ਖੁਸ਼ਕ ਹੋ ਗਈ, ਹੁਣ ਉਧਰ ਚਲੇ ਗਈ। ਹੁਣ ਇੱਥੇ ਗਾਵਾਂ ਦਾ ਦੁੱਧ ਫਿਲਹਾਲ ਐਕਸਟਰਾ ਹੈ। ਠੀਕ ਹੈ। ਉਹ ਦੁੱਧ ਅਸੀਂ ਸੇਲ ਨਹੀਂ ਕਰਦੇ, ਉਹ ਸਾਡਾ ਮੁਲਾਜ਼ਮ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਪਿਆ ਲਵੇ। ਬਾਕੀ ਜਿਹੜਾ ਦੁੱਧ ਬਚਿਆ ਉਹ ਖੁਰਲੀਆਂ 'ਚ ਪਾ ਕੇ ਡੰਗਰ ਪੀ ਲੈ। ਸਹੀ ਹੈ, ਯਾਨੀ ਕਿ ਉਹਨਾਂ ਨੂੰ ਲੱਗ ਜੇ, ਉਹ ਕੈਲਸ਼ੀਅਮ ਦੀ ਕਮੀ ਜੇ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ। ਅੱਲਾਹ ਸੋਹਣੇ ਕੋਲੋਂ ਉਮੀਦ ਵੀ ਕਰਨੇ ਆ ਤੇ ਦੁਆ ਵੀ ਕਰਨੇ ਆ ਕਿ ਸੋਹਣਾ ਰੱਬ ਸਾਡੀਆਂ ਨੀਅਤਾਂ ਦੇ ਮੁਤਾਬਕ ਸਾਨੂੰ ਮੁਰਾਦ ਅਤਾ ਫਰਮਾਵੇ। ਮੈਂ ਐਹਸਨ ਮਸੂਦ ਸਾਹਿਬ ਤੁਹਾਡੇ ਕੋਲੋਂ ਦਰਖਾਸਤ ਕਰਾਂਗਾ ਕਿ ਜਿੱਥੇ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਅੱਲਾ ਦਾ ਨਾਮ ਲੈਣ ਦੇ ਨਾਲ ਉਹਦੀ ਬਰਕਤ ਸ਼ਾਮਲ ਹਾਲ ਹੋ ਜਾਂਦੀ। ਦੁਆ ਜਿਹੜੀ ਹੈ ਨਾ, ਉਹ ਮੈਂ ਦਰਖਾਸਤ ਕਰਾਂਗਾ ਕਿ ਲਾਜ਼ਮੀ ਕਰੋ। ਇਜਤਮਾਈ ਤੌਰ 'ਤੇ ਸਾਰੇ ਦੁਆ ਕਰਨੇ, ਤੇ ਜਿਹੜੇ ਸਾਡੇ ਦੋਸਤ ਆਨਲਾਈਨ ਸਾਨੂੰ ਵੇਖਦੇ ਪਏ ਨੇ ਉਹ ਵੀ ਦੁਆ 'ਚ ਸ਼ਰੀਕ ਹੋ ਜਾਂਦੇ। ਅਲਹਮਦੁਲਿल्लाह रब्बिल आलमीन अर्रहमान अर्रहीम मालिक यौमिद्दीन अल्लाहुम्मा सल्लि अला मुहम्मदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद आमीन। अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद आमीन। या अल्लाह, तेरे हबीब सल्लल्लाहु अलैहि वसल्लम की सुन्नत को जिंदा करने की कोशिश कर रहे हैं। या अल्लाह, हमारी इस कोशिश में बरकत अता फरमा आमीन। या अल्लाह, तमाम अंबिया ने जानवर पाले हैं। या अल्लाह तूने उसके ज़रिए से उनकी तरबियत की है। या अल्लाह, हमारी भी तरबियत फरमा आमीन। या अल्लाह, तेरे नबी सल्लल्लाहु अलैहि वसल्लम ने फरमाया कि फितनों के दौर में चरवाहे फितनों से महफूज होंगे। या अल्लाह, हमें भी उन लोगों में लिख ले कि जो फितनों से महफूज रहें। या अल्लाह, इन बेज़ुबानों की खिदमत करने के एवज़ या अल्लाह हमारी मुश्किलात कम फरमा। या अल्लाह, हमें आफ़ियत अता फरमा। या अल्लाह, तमाम वो दोस्त अहबाब जो हमारे ग्रुप में शामिल हैं, या अल्लाह, जो शामिल होना चाहते हैं, या अल्लाह, वो लोग जो इस चीज़ का शौक़ रखते हैं, उन सब लोगों को अपने अपने कारोबार में, माल जान में, इज़्ज़त आबरू में या अल्लाह उनकी हिफाजत फरमा और उनको बरकतें अता फरमा आमीन। या अल्लाह, इस कारोबार को, इस फार्म को, इसमें मौजूद तमाम मुलाजमीन को, उनका ख्याल करने वाले राणा साहब को और पीछे दुआएं करने वाले सारे दोस्त अहबाब को या अल्लाह सबको महफूज फरमा आमीन। या अल्लाह, हमें इस दुनिया में इस तरह से रहने की तौफीक अता फरमा जिससे या अल्लाह तू और तेरा हबीब राज़ी हो। या अल्लाह, हर उस मामले से बचने की तौफीक अता फरमा जिससे तू और तेरा हबीब नाराज़ हो आमीन। या अल्लाह,
ईमान वाली सआदत वाली ज़िंदगी अता फरमा। आमीन या अल्लाह ईमान वाली और शहादत वाली मौत अता फरमा। आमीन या अल्लाह हमें इस दुनिया में ईमान के साथ कायम रख। आमीन या अल्लाह हमें से जो तेरे हुजूर हाजिर हो उसका ईमान सलामत रख। आमीन या अल्लाह हमें दुनिया और आखिरत में अच्छाई अता फरमा। आमीन रब्बना आतिना फिद दुनिया हसना व फिल आखिरति हसनतम व क़िना अज़ाबन्नार। रब्बना हब लना मिन अज़वाजिना व ज़ुर्रिय्यातिना क़ुर्रता अयुनिन वजअलना लिलमुत्तक़ीना इमामा। आमीन या अल्लाह हमारे घर वालों से, हमारी औलाद से, आमीन या अल्लाह हमारी आंखों को ठंडे कर दे। आमीन रब्बना तक़ब्बल मिन्ना इन्नका अंतस समीउल अलीम व तुब अलैना इन्नका अंतत तव्वाबुर रहीम। ला इलाहा इल्ला अंता मोहम्मद सुब्हानक इन कुंतुम मिनज़ ज़ालिमीन सल्लल्लाहु अलैहि वसल्लम। अनस वादी भाई अस्सलाम वालेकुम रहमतुल्लाहि व बरकातहू। बहुत शुक्रिया जनाब, बहुत शुक्रिया। मुझे हमेशा अपनी टीम में और अपने साथ जो है ना कैमरा मैन की कमी बड़ी शिद्दत से महसूस होती रही है। मैं जब पत्तों की गया था ना तो मेरे साथ मुर्तज़ा भाई थे, उन्होंने बड़ी जांफशानी से काम किया, मगर मैं उनकी कारकर्दगी से मुतमिन नहीं था। मैं ना वो बेचारे सफ़ेद दाढ़ी वाले बुजुर्ग हैं और मैं बड़ों की तरह उन्हें डांटता रहता था, यार की कर दो यार, तुसी बड़े एहसन तरीके नाल जनाब जिम्मेदारी निभाई है। तो बहुत शुक्रिया तुहाडा जनाब, तुसी तशरीफ लिआए। ये तुहाडा तुसी बिल्कुल खालक शाह साहब वाली कार एहसास दिलाया कि तुसी अपने घर आए हो, तुसी अपने घर च खड़े हो, तुसी अपने फार्म ते खड़े हो। यही मेरी ख्वाहिश सी कि जेह्ड़े दोस्त आन ਉਹ ਜਿਹੜੇ ਨਾ ਉਹ ਇਹ ਫੀਲ ਕਰਨ ਕਿ ਉਹ ਆਪਣੇ ਘਰ ਚ ਆਉਂਦੇ ਨੇ। भाई अल्हम्दुलिल्लाह जिम्मेदारियां निभाना बड़े अच्छे तरीके ਨਾਲ ਜਾਣਦੇ ਨੇ। अल्हम्दुलिल्लाह अल्हम्दुलिल्लाह ਹੋਰ बरकत दे। ਮਿਲ ਕੇ ਹੀ ਨੇ ਜੀ। अल्हम्दुलिल्लाह ਔਰ ਮਾਸ਼ਾਅੱਲਾ ਜੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਰਾਣਾ ਸਾਹਿਬ ਤੁਹਾਡਾ ਇਸ ਪੂਰੇ ਇਨੀਸ਼ੀਏਟਿਵ ਨੂੰ ਲੈਣ ਦਾ। ਔਰ ਮੈਂ ਪਹਿਲੇ ਵੀ ਜਿਹੜਾ ਤੁਹਾਡੇ ਨਾਲ ਅਰਜ਼ ਕਰ ਰਿਹਾ ਸਾਂ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਨਾ ਇੱਕ ਇੰਟਰਨੈਸ਼ਨਲ ਮਿਨੀ ਪਾਕਿਸਤਾਨ ਬਣਾ ਦਿੱਤਾ ਹੈ बेशक ਔਰ ਇਹ ਅੱਲਾ ਦੀ ਰਹਿਮਤ ਦੇ ਨਾਲ ਹੈਗਾ। ਇਹਦੇ ਵਿੱਚ ਜਿਹੜੀ ਖੂਬੀ ਹੋਇਆ ਵੇ ਕਿ ਇਹ ਘਰਾਣਾ ਹੈਗਾ ਔਰ ਇੱਕ ਦੂਜੇ ਤੇ ਇਤਮਾਦ ਕਰਨ ਵਾਲਾ ਔਰ ਮੁਹੱਬਤ ਕਰਨ ਵਾਲਾ ਇਦਾਰਾ ਹੈਗਾ ਸਾਰਾ। ਇਹਦੇ ਵਿੱਚ ਮੇਰੀ ਇੱਕ ਦਰਖਾਸਤ ਤਮਾਮ ਦੋਸਤਾਂ ਨੂੰ ਹੈ ਅੱਜ ਦੀ ਇਸ ਮੁਲਾਕਾਤ ਦੀ ਵਸਾਤਤ ਦੇ ਨਾਲ ਕਿ ਇਸ ਮਾਮਲੇ ਨੂੰ ਆਪਣਾ ਇਸ ਤਰ੍ਹਾਂ ਦਾ ਹੱਕ ਸਮਝੋ ਕਿ ਇਸ ਧਰਤੀ ਤੇ ਸਾਡਾ ਜਿਹੜਾ ਨਾ ਕੁਝ ਫਰਾਇਜ਼ ਨੇ। ਇਸ ਧਰਤੀ ਨੇ, ਇਸ ਘਰ ਨੇ, ਇਸ ਪਾਕਿਸਤਾਨ ਨੇ, ਸੋਹਣੇ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਤੇ ਕਿਆ ਸਾਡਾ ਵੀ ਕੋਈ ਲੁਟਾਉਣ ਦਾ ਕੋਈ ਜ਼ਿੰਮੇਵਾਰੀ ਬਣਦੀ ਹੈ? ਮੇਰਾ ਖਿਆਲ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਵੇ ਕਿ ਅਸੀਂ ਇਮਾਨਦਾਰੀ ਦੇ ਨਾਲ ਆਪਣੀ ਜਿਸ ਵੀ ਫੀਲਡ ਦੇ ਵਿੱਚ ਹੈਗੇ ਹਾਂ ਉੱਥੇ ਐਕਸੀਲੈਂਸ ਪੈਦਾ ਕਰੀਏ। बिल्कुल ठीक। ਔਰ ਇਹ ਕੰਟਰੀਬਿਊਸ਼ਨ ਹੈਗਾ ਜਿਹੜਾ ਆਉਣ ਵਾਲੀ ਨਸਲਾਂ ਨੂੰ ਔਰ ਸਦਕਾ ਜਾਰੀ ਦੀ ਸੂਰਤ ਦੇ ਵਿੱਚ ਜਿਹੜਾ ਨਾ ਅਸੀਂ ਆਉਣ ਵਾਲੇ ਦੋਸਤਾਂ ਨੂੰ ਮੁੰਤਕਿਲ ਕਰਾਂਗੇ। इंशाल्लाह इंशाल्लाह अल्लाह तमाम दोस्तों का बहुत शुक्रिया जनाब। राणा साहब ਤੁਹਾਡਾ ਮੁਹੱਬਤ ਦਾ ਸ਼ੁਕਰੀਆ ਔਰ ਮੈਂ ਯਕੀਨ ਜਾਣੋ ਕਿ ਵਾਕਈ ਆਪਣੇ ਘਰ ਦੇ ਵਿੱਚ ਮਹਿਸੂਸ ਕਰ ਰਿਹਾ। बहुत शुक्रिया जी, बहुत शुक्रिया जनाब। ये मेरे सोहने वीर चमकते चमकते खुश खड़े ने। मियाँ एहसन मसूद साहब, ये समझ लो कि ये सारी जिन्नी भी सिस्टम चल रहा ने जी, ये इन्हां दी बरकत दे नाल है। नहीं तो शायद साढ़े ख्याल आंदा ना आंदा ते ना तुसी दोस्त रिस्पॉन्स देंदे। मैं कहना जी ये बड़ी अल्लाह पाक दी करम नवाजी हुई है कि पहले दिन पोस्ट लगाई तो पहले दिन 20 दोस्तों ने ओके करता पहले दिन। अल्हम्दुलिल्लाह अज हकीकत पुछो ना, मुर्गी का अंडा नहीं कोई किसी को देंदा। ये अल्लाह की करम नवाजी है। हाँ जी हाँ जी, देखो हर बंदा कोशिश करता ना, पर कोशिश मैं तो कोशिश करनी सी। मैं दोस्तों को कहना सी, दोस्तों ने रिस्पॉन्स किया, बहुत अच्छा रिस्पॉन्स किया। कोई शक नहीं ਤੇ अल्हम्दुलिल्लाह। ਐਸਾ ਰਿਸਪੌਂਸ ਕੀਤਾ ਕਿ ਬਈ ਕਈ ਦੋਸਤਾਂ ਦੇ ਨਾਲ ਮੇਰੀ ਇੱਕ ਟੈਲੀਫੋਨਿਕ ਗੁਫ਼ਤਗੂ ਨਹੀਂ ਸੀ, सही ਇੱਕ WhatsApp ਗੁਫ਼ਤਗੂ ਨਹੀਂ ਸੀ। ਮੈਨੂੰ ਨਹੀਂ ਸੀ ਪਤਾ ਫੇਸਬੁੱਕ ਨਾਲ ਮੇਰੇ ਕਿਹੜੇ ਆਈਡੀ ਤੋਂ ਜੁਆਇਨ ਨੇ, ਮੈਨੂੰ ਕੋਈ ਇਲਮ ਨਹੀਂ ਸੀ। ਉਹਨਾਂ ਦਾ ਫੋਨ ਆਇਆ ਕਿ ਜੀ ਮਿਹਰਬਾਨੀ ਕਰੋ ਇੱਕ ਯੂਨਿਟ ਸਾਡਾ ਵੀ ਰੱਖੋ। ਫਿਰ ਉਹ ਜਦੋਂ ਗਰੁੱਪ ਵਿੱਚ ਇੰਟਰ ਹੋ ਗਏ ਨੇ, ਫਿਰ ਉਹਨਾਂ ਨੇ 15 ਦਿਨਾਂ ਬਾਅਦ ਕਿਹਾ ਮਿਹਰਬਾਨੀ ਕਰੋ ਤੁਹਾਡੀ ਭਰਜਾਈ ਕਹਿੰਦੀ ਇੱਕ ਮੇਰਾ ਵੀ ਰੱਖ ਲਓ ਵਿੱਚ। ਇਸ ਤਰ੍ਹਾਂ ਵੀ ਹੋਇਆ ਜੀ। ਸਾਡੇ ਇੱਕ ਦੋਸਤ ਨੇ ਉਮਾਨ ਤੋਂ, ਉਹਨਾਂ ਨੇ ਕਿਹਾ ਵੀ ਇੱਕ, ਮੈਂ ਕਿਹਾ ਜੀ ਸਾਡੀ ਭੈਣ ਹੈ ਸਾਨੂੰ ਬਰਕਤਾਂ ਨੇ ਬਿਸਮਿਲ੍ਲਾ। ਫਿਰ ਉਹ ਆਪਣੀ ਇੱਕ ਬੇਟੀ ਹੈ ਗਰੁੱਪ ਵਿੱਚ ਜਮਰੋਤ ਤੋਂ ਜਿਹੜੇ ਤਸ਼ਰੀਫ ਲੈ ਸਨ ਖਾਲਕ ਸ਼ਾਹ ਸਾਹਿਬ ਦੇ ਘਰੋਂ, ਮਾਸ਼ਾਅੱਲਾ ਉਹ ਤੁਸੀਂ ਦੇਖ ਲਓ ਉਹ ਗੁਫ਼ਤਗੂ ਵੀ ਕਰਦੇ ਨੇ ਵਿੱਚ। हाँ जी हाँ जी। ਇਹ ਬੜੇ ਹੌਸਲੇ ਦੀ ਗੱਲ ਹੈ ਨਾ। ਜਿਹੜੀਆਂ ਪਖਤੂਨ ਰਵਾਇਤ ਨੇ ਉਹਨਾਂ ਦੇ ਬਰਅਕਸ ਚੀਜ਼ਾਂ ਨੇ, ਪਰ ਉਹਨਾਂ ਨੂੰ ਪਤਾ ਕਿ ਇਹ ਫੈਮਿਲੀ ਹੈ, ਮੇਰੇ ਭਰਾ ਨੇ, ਸਾਰੇ ਇੱਜ਼ਤ ਕਰਨ ਵਾਲੇ ਇੱਜ਼ਤਦਾਰ ਲੋਕ ਨੇ। ਉਹ ਬਿਲਾ ਝਿਜਕ ਉਹਨਾਂ ਦੇ ਮੀਆਂ ਵੀ ਗੁਫ਼ਤਗੂ ਕਰਦੇ ਨੇ, ਉਹ ਵੀ ਕਰਦੇ ਨੇ। ਤੇ ਇਹ ਸਾਰੀਆਂ ਮੈਂ ਸਮਝਣਾ ਕਿ ਇਜਤਮਾਈਅਤ ਦੀਆਂ ਬਰਕਤਾਂ ਨੇ। ਤੇ ਸੋਹਣੇ ਰੱਬ ਕੋਲੋਂ ਦੁਆ ਹੈ ਕਿ ਅੱਲਾਹ ਸਾਨੂੰ ਇਹਨਾਂ ਬਰਕਤਾਂ ਨਾਲ ਫੈਜ਼ਯਾਬ ਹੋਣ ਦੀ ਤੌਫੀਕ ਅਤਾ ਫਰਮਾਵੇ। ਜਜ਼ਾਕੁਮ ਅੱਲਾਹ ਖੈਰ ਜੀ। बहुत शुक्रिया। ਅੱਲਾਹ ਹਾਫਿਜ਼।